परम सन्मानयोग सत्कारयोग गुरु सवारी गुरु प्यारी गुरु का खास रूप खालसा साध संगत जियो। सतगुरां दी अत्यंत बख्शिश दे सदका ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਮਿਲ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਧੁਰ ਦਰਗਾਹੀ ਬਚਨਾਂ ਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਬੈਠ ਕੇ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਗਰੀਬ ਨਵਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਪਾਵਨ ਪਵਿੱਤਰ ਉਪਦੇਸ਼ਾਂ ਦੇ ਦੁਆਰਾ ਬਖਸ਼ਿਸ਼ ਕਰਦੇ ਆ ਰਹੇ ਨੇ। ਇਸ ਸੰਸਾਰ ਦੇ ਅੰਦਰ ਆਪਣਾ ਜੀਵਨ ਸੁਰੱਖਿਅਤ ਰੱਖ ਕਰਕੇ ਨਿਰੰਕਾਰ ਦੇ ਮਾਰਗ ਤੇ ਕਿਸ ਤਰ੍ਹਾਂ ਤੁਰਿਆ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਸੰਸਾਰ ਇੱਕ ਦੁੱਖਾਂ ਦਾ ਘਰ ਏ। ਇਹਦੇ ਅੰਦਰ ਦੁੱਖ ਭੁੱਖ ਸੰਸਾਰ ਦੇ ਨਾਲ ਟਕਰਾਉਂਦੀਆਂ ਹੋਇਆਂ ਜੀਵ ਨੇ ਮੰਜ਼ਲ ਮਾਲਕ ਤੱਕ ਪਹੁੰਚਣਾ ਹੈ। ਉਹਦਾ ਮਾਰਗਦਰਸ਼ੀ ਗੁਰੂ ਕਾ ਸ਼ਬਦ ਬਣੇਗਾ। ਜਦ ਉਹ ਸ਼ਬਦ ਦਾ ਧਾਰਨੀ ਹੋਵੇਗਾ, ਸ਼ਬਦ ਨੂੰ ਜਪੇਗਾ। ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1379 ਅੰਗ ਤੇ ਸਾਹਿਬ ਬਾਬਾ ਭਗਤ ਫਰੀਦ ਸਾਹਿਬ ਜੀ ਆਪਣੀ ਜ਼ਬਾਨੀ ਪਾਕ ਦੇ ਵਿੱਚੋਂ ਪਾਵਨ ਪਵਿੱਤਰ ਬਚਨ ਸਾਨੂੰ ਦਰਸਾਉਂਦੇ ਨੇ। ਮਹਾਰਾਜ ਬਾਬਾ ਫਰੀਦ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਚਨ ਕਰਦੇ ਆ ਤੇ ਸੰਸਾਰ ਨੂੰ ਜ਼ਿੰਦਗੀ ਦਾ ਤਜਰਬਾ ਦਰਸਾਉਂਦਿਆਂ ਹੋਇਆਂ ਮਹਾਰਾਜ ਕਹਿੰਦੇ ਨੇ, ਹੇ ਪਰਮਾਤਮਾ, ਸੰਸਾਰ ਦੇ ਵਿੱਚ ਚਿੰਤਾਵਾਂ ਬੜੀਆਂ ਨੇ ਔਰ ਸਾਹਿਬ ਬਚਨ ਕਰਦੇ ਨੇ, ਕੋਈ ਤਨ ਦੁਖੀ ਕੋਈ ਮਨ ਦੁਖੀ। ਜੋ ਬਾਬਾ ਫਰੀਦ ਜੀ ਨੇ ਬਚਨ ਕੀਤੇ ਨਾ ਕਿ ਚਿੰਤ ਕਠੋਲਾ, ਮਹਾਰਾਜ ਨੇ ਜੋ ਬਚਨ ਕਹੇ ਵਿਦਵਾਨ ਕਹਿੰਦੇ ਕੋਈ ਤਨ ਦੁਖੀ ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਚਿੰਤਾ ਦੇ ਨਾਲ ਗ੍ਰਸੇ ਹੋਏ ਨੇ। ਮਹਾਰਾਜ ਬਚਨ ਕਰਦੇ, ਚਿੰਤਤ ਹੀ ਦਿਸੈ ਸਭ ਕੋਏ। ਸਭ ਕੋਈ ਚਿੰਤਾ ਦੇ ਨਾਲ ਗ੍ਰਸਿਆ ਨਜ਼ਰ ਆਉਂਦਾ ਹੈ। ਹਰ ਕੋਈ ਚਿੰਤਾ ਤੁਰ ਨਜ਼ਰ ਆਉਂਦਾ ਹੈ। ਹਰ ਕੋਈ ਮਨੁੱਖ ਥੋੜਾ ਥੋੜਾ ਦੁੱਖ ਹਰੇਕ ਨੂੰ ਹੀ ਹੈ। ਕਿਸੇ ਕੋਲ ਬਹੁਤ ਹੈ, ਕਿਸੇ ਦੇ ਕੋਲ ਬਿਲਕੁਲ ਮਾਮੂਲੀ ਜੇ ਹੈ। ਐਸਾ ਕੋਈ ਮਨੁੱਖ ਹੀ ਮਿਲੇਗਾ ਜਿਹੜਾ ਕਹੇਗਾ ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਚਿੰਤਾ ਨਹੀਂ। ਨਹੀਂ ਤਾਂ ਕੁਝ ਨਾ ਕੁਝ ਸਰੀਰਾਂ ਦੇ ਅੰਦਰ ਜ਼ਰੂਰ ਹੈ। ਮਹਾਰਾਜ ਮਿਹਰ ਕਰਦੇ, ਇਹ ਚਿੰਤਾ ਜਿਹੜੀ ਹੈ ਇਹ ਇੱਕ ਅੱਤ ਦਾ ਦੁੱਖ ਹੈ। ਇਹਦੇ ਵਿੱਚ ਰਹਿੰਦਿਆਂ ਜਿਹੜੀ ਚਿੰਤਾ ਸੰਸਾਰ ਦੀ ਆ ਨਾ,
ਇਹ ਨਿਰੰਕਾਰ ਦਾ ਚਿੰਤਨ ਬਣ ਜਾਏ, ਪਰਮਾਤਮਾ ਨੂੰ ਸਿਮਰਨ ਕਰਨ ਲੱਗ ਜਾਏ। ਮਹਾਰਾਜ ਕਹਿੰਦੇ ਪਰਮਾਤਮਾ ਆਤ ਦਾ ਦੁੱਖ ਏ, ਆਤ ਦਾ ਇਹ ਤੜਫਾਉਣ ਵਾਲੀ ਏ। ਬਾਬਾ ਫਰੀਦ ਸਾਹਿਬ ਕਹਿੰਦੇ ਮਹਾਰਾਜ ਦੇਖ ਚਿੰਤ ਖਟੋਲਾ ਵਾਨ ਦੁੱਖ। ਮਹਾਰਾਜ ਜਿਹੜੀ ਚਿੰਤਾ ਹੈ ਨਾ, ਇਹਨੂੰ ਮੈਂ ਮੰਜਾ ਬਣਾ ਦਿੱਤਾ ਹੈ। ਤੇ ਜਿਹੜੇ ਸੰਸਾਰ ਦੇ ਦੁੱਖ ਨੇ, ਕਦੇ ਤਨ ਦਾ ਦੁੱਖ ਹੈ, ਕਦੇ ਮਨ ਦਾ ਦੁੱਖ ਹੈ, ਕਦੇ ਧਨ ਦਾ ਦੁੱਖ ਹੈ, ਕਦੇ ਆਪਣਿਆਂ ਦਾ ਦੁੱਖ ਹੈ, ਕਦੇ ਪਰਾਇਆਂ ਦਾ ਦੁੱਖ ਹੈ, ਇਹਦਾ ਵਾਨ ਬੁਣ ਦਿੱਤਾ ਹੈ। ਇਹਦੇ ਨਾਲ ਇਹ ਚਿੰਤਾ ਦਾ ਮੰਜਾ ਬੁਣਿਆ ਹੋਇਆ ਹੈ। ਇਹਦੇ ਉੱਪਰ ਪੈਣ ਵਾਸਤੇ ਬਿਰਹਿ ਵਿਛਾਵਣ ਲੇਪ, ਬਿਰਹਾ ਜਿਹੜਾ ਹੈ ਨਾ ਵਿਛੋੜਾ, ਉਹ ਇਹਦੇ ਉੱਪਰ ਲੇਪ ਵਿਛਾਇਆ ਹੋਇਆ ਹੈ। ਇਸ ਮੰਜੇ ਦੇ ਉੱਪਰ ਇੱਕ ਵਿਛੋੜਾ ਔਰ ਦੂਜਾ ਜਿਹੜਾ ਦੁੱਖ ਆਪਣਿਆਂ ਪੁਰਾਇਆਂ ਦੇ, ਕੋਈ ਤਨ ਦਾ, ਕੋਈ ਮਨ ਦਾ, ਕੋਈ ਧਨ ਦਾ। ਤੀਜਾ ਜਿਹੜੀ ਚਿੰਤਾ। ਮਹਾਰਾਜ ਕਹਿੰਦੇ ਇਹਦਾ ਜੀਵਨ ਰੂਪ ਮੰਜਾ ਬੁਣਿਆ ਹੋਇਆ ਹੈ। ਤੇ ਮੰਜਾ ਬੁਣ ਕੇ ਮਹਾਰਾਜ ਜਿਹੜਾ ਬਿਰਹਾ ਵਿਛੋੜੇ ਦਾ ਉੱਪਰ ਲੇਪ ਹੈ, ਤੇ ਪ੍ਰੇਮ ਦੇ ਉੱਪਰ ਰਜਾਈ ਉੱਡੀ ਹੋਈ ਆ। ਇਹ ਸਾਰੇ ਥੱਲੇ ਕਰਕੇ ਨਾ ਉੱਪਰ ਪ੍ਰੇਮ ਦੀ ਰਜਾਈ ਉੱਡੀ ਹੋਈ ਆ। ਮਹਾਰਾਜ ਤੇਰੇ ਨਾਲ ਪ੍ਰੇਮ ਕਰਦਿਆਂ ਭਾਵੇਂ ਇੱਥੇ ਦੁੱਖ ਆਂਦਾ ਹੈ, ਭਾਵੇਂ ਚਿੰਤਾਵਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੈਨੂੰ ਚਾਹਿਆ ਇਹੋ ਹਮਾਰਾ ਜੀਵਨ। ਐਨੇ ਦੁੱਖਾਂ ਦੇ ਵਿੱਚ, ਦਰਦਾਂ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਸਾਨੂੰ ਸਮਝ ਆ ਗਈ ਇਹ ਦੁੱਖ ਤਾਂ ਸਤਾਉਂਦੇ ਨੇ, ਚਿੰਤਾ ਤਾਂ ਸਤਾਉਂਦੀਆਂ ਨੇ ਮਹਾਰਾਜ ਜੇ ਤੇਰੇ ਨਾਲੋਂ ਵਿਛੋੜਾ ਪੈ ਗਿਆ, ਤੇਰੇ ਨਾਲੋਂ ਵਿਛੜ ਗਏ ਆ। ਮਹਾਰਾਜ ਮੇਰ ਕਰਦੇ ਇਹੋ ਹਮਾਰਾ ਜੀਵਨਾ ਹੈ। ਮੇਰੇ ਤੂੰ ਸਾਹਿਬ ਸੱਚੇ ਵੇਖ ਮੇਰੇ ਮਾਲਕ, ਤੇਰੇ ਨਾਲੋਂ ਵਿਛੜ ਕੇ ਸਾਡਾ ਜੀਵਨ ਕਿਹੋ ਜਿਹਾ ਹੋਇਆ ਹੈ। ਦੁੱਖਾਂ ਦੇ ਉੱਪਰ ਪਏ ਹੋਏ ਆ, ਦੁੱਖਾਂ ਦੀ ਸੇਜਾ ਬਣੀ ਹੋਈ ਹੈ। ਦੁੱਖਾਂ ਤੋਂ ਸਿਵਾਏ ਸਾਡੇ ਕੋਲ ਕੁਝ ਨਹੀਂ ਹੈ। ਦੁੱਖ ਨੇ, ਚਿੰਤਾਵਾਂ ਨੇ, ਬਸ ਚਾਉ ਗਿਰਦਿਓ ਹੀ ਜੀਵ ਨੂੰ ਸਕੂਨ ਕਿਸੇ ਪਾਸਿਓਂ ਨਹੀਂ ਮਿਲਦਾ। ਦੁੱਖ ਹੀ ਦੁੱਖ ਪੈ ਸੁਤਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਤੋਂ ਨਜ਼ਰ ਮਾਰ ਕੇ ਵੇਖ, ਇਹ ਸਾਡਾ ਜੀਵਨ ਆ, ਇਹੋ ਜਿਹਾ ਸਾਡਾ ਜੀਵਨ ਹੈ, ਇਹੋ ਜਿਹੇ ਜੀਵਨ ਅਸੀਂ ਗੁਜ਼ਾਰਦੇ ਪਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਬਿਰਹਾ ਦੀ ਗੱਲ ਕੀਤੀ। ਮਹਾਰਾਜ ਸਾਹਿਬ ਕਹਿੰਦੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਸਾਰੇ ਕਹਿੰਦੇ ਆ ਸੰਸਾਰ ਦੇ ਵਿੱਚ ਵਿਛੜ ਗਿਆ, ਕੋਈ ਵਿਛੜ ਗਿਆ, ਦੂਰੀ ਬਣ ਗਈ ਹੈ। ਕਹਿ ਲੱਗੇ ਬਾਬਾ ਫਰੀਦ ਸਾਹਿਬ ਕਹਿੰਦੇ ਹੇ ਵਿਛੋੜਾ, ਔਰ ਸਾਰੇ ਤੈਨੂੰ ਦੁਖੀ ਦੁੱਖ ਮੰਨੀ ਬੈਠੇ ਨੇ, ਪਰ ਤੂੰ ਤਾਂ ਇੱਕ ਬਾਦਸ਼ਾਹ ਦੀ ਨੁਮਾ ਹੈ। ਜੇ ਤੂੰ ਨਾ ਆਵੇਂ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਮੈਂ ਵਿਛੜਿਆ। ਜੇ ਬੰਦੇ ਨੂੰ ਦੁੱਖ ਨਾ ਆਵੇ ਤੇ ਸੁੱਖ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਜਾਣੀ। ਉਹ ਸੁੱਖ ਹੀ ਦੁੱਖ ਮਹਿਸੂਸ ਕਰਨ ਲੱਗ ਪੈਣਾ। ਸੁੱਖ ਦੀ ਅਹਿਮੀਅਤ ਤਾਂ ਹੈ ਜੇ ਇਹਦੇ ਬੇਪਰ ਜੇ ਦੁੱਖ ਹੈ। ਚਾਨਣੇ ਦੀ ਅਹਿਮੀਅਤ ਤਾਂ ਹੈ, ਇਹਦੀ ਕਦਰ ਕੀਮਤ ਤਾਂ ਹੈ ਜੇ ਇਹਦੇ ਬਪਰਦੇ ਅੰਧਕਾਰ ਹੈ। ਅਗਰ ਅੰਧਕਾਰ ਹੀ ਨਹੀਂ ਤੇ ਚਾਨਣੇ ਨੂੰ ਕੋਈ ਕੀ ਕਹੇਗਾ, ਕੋਈ ਇਹਦੀ ਅਹਿਮੀਅਤ ਨਹੀਂ। ਮਹਾਰਾਜ ਇਹ ਵਿਛੋੜਾ ਜਿਹੜਾ ਹੈ ਨਾ ਬਾਦਸ਼ਾਹ ਹੈ, ਮੋਹਰੀ ਹੈ। ਜਦੋਂ ਇਹ ਆਉਂਦਾ ਹੈ ਪਤਾ ਲੱਗਦਾ ਹੈ ਤੇ ਫਿਰ ਵਿਛੜਿਆ ਦੁਖੀ ਹੁੰਦਾ ਹੈ, ਤੇ ਦੁਖੀ ਹੋਏ ਨੂੰ ਚੇਤਾ ਆਉਂਦਾ ਹੈ
मैं किसी नूं विछुड़िया मिलन दा यतन करां, ਉਹਦੇ अंदर एक आस जागदी है। इस विछोड़े दे विचों ही मिलाप दी ਜਿਹੜੀ है और अंदरों भावना प्रगट हुंदी है। फिर प्रेम उत्पन्न हुंदा मालिक नाल। जदों विछुड़ जांदा है फिर मालिक दे अगे अरजोई करदा, जदों उहनूं पता लग जांदा मैं विछुड़ गया। फिर महाराज सच्चे पातशाह कहंदे ने वो परमात्मा अगे जद अरजोई करदा है फिर विछुड़िया मेले प्रभु। अगर अरजोई नहीं कीती ये विछोड़ा दुख है। महाराज कहंदे विछोड़ा सुने दुख बिन डिठे मारे ओद। विछोड़ा इन्ना दुखी करदा है, इन्ना तड़फाउंदा है, जिन्ना चिर दीदार नहीं हो जाता मौत पई सामने नज़र आउंदी है। बाद प्यारे अपने ना धीरोध, धीरज नहीं मिलता, हौसला नहीं मिलता। महाराज बाबा फरीद साहब कहंदे विछोड़ा तेनू सारे दुखी दुखी कहंदे ने, दुखदाई पर तू बादशाह है। क्यों तू आउना है ते पता लग जाता है किदों विछड़े हुए हैं और कोई सुख दी भी भाल है, तू ना आवें ते साडे मिलाप दी कोई आस ही नहीं। सानू पता ही कोई नहीं लगता, असी इन्ने गाफलता दे अंदर गरसे गए हैं, सानू पता ही नहीं लगता। तू आउना है, सानू समझ आ जाती है और जीव परमात्मा वाल नूं तुरदा है, अरजोई करदा है। जद अरजोई करदा फिर विछुड़िया मेले प्रभु। हर दरगह का बसीठ, हर नामो मंत्र दरड़ाइंदा। मिलाप वास्ते कट्टे हौमै रोग, हौमै रोग अंदरों कटना है ते उहदी जगह ते नाम धर देना है, नाम टिक जाना है। जिन्ना चिर हौमै आ उन्ना चिर नाम अंदर नहीं टिकेगा। हौमै नावै नाल विरोध है, दोए ना वसै एक थाए। जिथे हौमै आ उत्थे नाम नहीं वसेगा, जिथे नाम आ जाएगा उत्थे हौमै नहीं रहेगी। परमात्मा जद बख्शिश करदा है, जीव प्रार्थना करदा है, परमात्मा बख्शिश करदा है, उहदे हिरदे दे अंदर नाम बख्शदा है। नाम दे नाल कट्टे हौमै रोग। फिर नानक सतगुर तिन्हां मुलाया, जिन तुरे पिया संजोग। उन्हां नूं मिला देंदा है। बिरहा तू सुल्तान। बाबा फरीद साहब कहंदे बिरहा विछोड़ा और तू जेड़ा सुल्तान बादशाह है। कहंदे फरीदा जित तन बिरहो ना उपजै। कहंदे सब शरीर धारी ने, जेड़े शरीर विच बिरहो दी तड़फ नहीं उपजी, बिरहा पैदा नहीं होया जेड़े शरीर दे अंदर, उन्हों बाबा साहब कहंदे ने सो तन जान मसान। कहंदे शमशान भूमि च जान। वो चलदे फिरदे ही शमशान भूमि वर्गे ने, जिन्हां नूं विछोड़ा भासिया ही नहीं। जेड़े शरीर विच परमात्मा बारे पता ही नहीं लग्या, सोझ ही नहीं आई कि मैं परमात्मा नालों विछुड़िया, परमात्मा नाल मिलाप दा यतन करां। महाराज सच्ची सरकार कहंदे ने फरीदा ए विस गंदला धरियां खंड लेवाड़। संसार दे दुराचारियां नूं तके और कुकर्मियां नूं तके, उन्हां नूं तक करके बाबा फरीद साहब गल करदे ने। ऐं भी विद्वानां ने लिखिया, कोई आदमी आया है वो नाल विश्वा नूं लै आया ते लिया करके बाबा फरीद जी नूं कह लगा और तुहाडी सेवा विच आए। बाबा फरीद जी ने उहदी हालत नूं तक के और ये बचन कहे, संसार दी हालत नूं विकारां विच गुंथड़ होयां नूं तक के, संसार दे रंग रूप नूं तक के, जेड़े लोक विकारी दुराचारी हो जांदे ने, जीवन बर्बाद कर लैंदे ने,
ਉਹਨਾਂ ਨੂੰ ਤੱਕ ਕੇ ਬਾਬਾ ਫਰੀਦ ਸਾਹਿਬ ਨੇ ਇਹ ਬਚਨ ਕਹਿ, ਕਹਿੰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਕਹਿੰਦੇ ਇਹ ਜਿਹੜੇ ਸਰੀਰਾਂ ਨੂੰ ਤੱਕਦਾ ਪਿਆ ਹੈ ਨਾ, ਚਾਹੇ ਨਰ ਚਾਹੇ ਮਾਦਾ ਹੈ, ਦੋਨੇ ਜਿਹੜੇ ਸਰੀਰਾਂ ਨੂੰ ਤੱਕ ਕੇ ਤੇਰੇ ਮਨ ਅੰਦਰ ਮਾੜੀਆਂ ਭਾਵਨਾਵਾਂ ਖਿਆਲਾਤ ਪ੍ਰਗਟ ਹੁੰਦੇ ਪਏ ਨੇ, ਕਹਿੰਦੇ ਉਹਦੇ ਰੂਪ ਰੰਗ ਨੂੰ ਨਾ ਤੱਕ। ਇਹ ਐਉਂ ਹੀ ਜਿਵੇਂ ਜ਼ਹਿਰ ਦੀਆਂ ਗੰਦਲਾਂ ਹੋਵਣ, ਉਹਦੇ ਉੱਪਰ ਮਿੱਠਾ ਲਾਇਆ ਹੋਵੇ, ਬਈ ਇਹਨੂੰ ਮਿੱਠੇ ਦੇ ਲਾਲਚ ਵਿੱਚ ਕੋਈ ਨਿਗਲੇਗਾ ਤੇ ਉਹ ਬਚੇਗਾ ਨਹੀਂ, ਉਹ ਮਰ ਜਾਵੇਗਾ। ਕਹਿੰਦੇ ਸੰਸਾਰ ਦੇ ਅੰਦਰ ਜਿਹੜੇ ਇਹ ਵਿਕਾਰ ਦੁਰਾਚਾਰ ਹੈ ਔਰ ਰੂਪ ਰੰਗ ਨੇ ਜਿਨ੍ਹਾਂ ਦੀ ਨੁਮਾਇਸ਼ ਲੱਗਦੀ ਏ, ਇਹ ਨਹੀਂ ਕਿ ਬਾਬਾ ਫਰੀਦ ਨੇ ਇਹ ਸੰਸਾਰ ਦੇ ਗ੍ਰਸਤੀ ਧਰਮ ਨੂੰ ਮਾੜਾ ਕਿਹਾ, ਨਹੀਂ, ਉਹਨੂੰ ਨਹੀਂ ਕਿਹਾ। ਜਿਹੜੇ ਆਪਣੇ ਧਰਮ ਨੂੰ, ਆਪਣੀ ਪੱਤ ਨੂੰ, ਆਪਣੀ ਇੱਜ਼ਤ ਨੂੰ ਔਰ ਦੂਜੇ ਦੀ ਆਬਰੂ ਨੂੰ ਮਿੱਟੀ ਵਿੱਚ ਮਿਲਾਉਣ ਵਾਲੇ, ਇਹ ਗੱਲ ਉਹਨਾਂ ਦੀ ਹੈ, ਸਮਝ ਲੈਣਾ ਇਹਨੂੰ। ਮਹਾਰਾਜ ਕਹਿੰਦੇ ਨੇ ਕਿ ਰੂਪ ਰੰਗ ਤੈਨੂੰ ਪਰਮਾਤਮਾ ਨੇ ਦਿੱਤਾ, ਤੂੰ ਇਹਦੇ ਨਾਲ ਬਦਫੈਲੀਆਂ ਫੈਲਾ ਦਿੱਤੀਆਂ ਇਹਨੂੰ ਤੱਕ ਕੇ। ਤੇ ਜਿਨ੍ਹਾਂ ਨੇ ਇਸ ਰੂਪ ਰੰਗ ਪਰਮਾਤਮਾ ਦਾ ਦਿੱਤਾ, ਪਰਮਾਤਮਾ ਵੱਲ ਨੂੰ ਨਹੀਂ ਕਦਮ ਵਧਾਇਆ, ਉਹਨੂੰ ਸਾਹਿਬ ਨੇ ਕਿਹਾ ਧਨ ਜੋਬਨ ਦੋਇ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਪੱਤ ਦਾ ਇੱਜ਼ਤ ਹੁੰਦਾ ਹੈ, ਬਈ ਇਹਨਾਂ ਦੀ ਇੱਜ਼ਤ ਬਰਬਾਦ ਕਰਤੀ, ਲੈ ਤੁਰੇ। ਧਨ ਬਹੁਤਾ ਸੀ, ਕਹਿੰਦੇ ਰੱਬ ਨੂੰ ਅਰਾਧਨਾ ਧਨ ਵਾਸਤੇ ਹੀ ਹੈ ਨਾ, ਐਸ਼ੋ ਇਸ਼ਰਤ ਆਰਾਮ ਹੈ, ਨੌਕਰ ਰੱਖ ਲਓ, ਜੋ ਮਰਜ਼ੀ ਖਰੀਦ ਲਿਆਓ, ਧਨ ਨੂੰ ਸਜਾਓ ਤੇ ਜਿੱਥੇ ਚਾਹਣਾ ਹੈ ਉੱਥੇ ਵਿਕਾਰਾਂ ਦੀ ਦ੍ਰਿਸ਼ਟੀ ਨਾਲ ਵਿਕਾਰ ਭੋਗ ਲਾਓ। ਇਹੀ ਕੁਝ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਦਾ ਸੁਆਪਨ ਔਰ ਤਨ ਦੇ ਉੱਪਰ ਇਹ ਜ਼ਹਿਰੀ, ਇਹ ਜਿਹੜੀਆਂ ਗੰਦਲਾਂ ਤਨ ਦਿਸਦਾ ਪਿਆ ਹੈ ਨਾ, ਕਹਿੰਦੇ ਸਜਣਾ ਇਹ ਜ਼ਹਿਰੀ ਤੈਨੂੰ ਅੱਛਾ ਪਿਆ ਦਿਸਦਾ ਹੈ। ਮਹਾਰਾਜ ਕਹਿੰਦੇ ਅੰਦਰ ਜ਼ਹਿਰੀ ਜਦੋਂ ਇਹਨੂੰ ਮਿੱਠਾ ਜਾਣ ਕੇ ਨਿਗਲ ਗਿਆ ਨਾ, ਸੱਚੀ ਸਰਕਾਰ ਕਹਿੰਦੇ ਜਿਵੇਂ ਜ਼ਹਿਰ ਖਾਣ ਵਾਲਾ ਬਚ ਨਹੀਂ ਸਕਦਾ, ਇਹ ਵਿਕਾਰ ਬਦਫੈਲੀਆਂ ਕਰਨ ਵਾਲੇ ਦਾ ਜੀਵਨ, ਇੱਜ਼ਤ, ਲਾਈਫ ਬਚ ਨਹੀਂ ਸਕਦੀ, ਬਰਬਾਦ ਹੋ ਜਾਏਗੀ, ਆਬਰੂ ਬਰਬਾਦ ਹੋ ਜਾਏਗੀ। ਬਚ ਮਹਾਰਾਜ ਨੇ ਸੰਬੋਧਨ ਕੀਤਾ ਉਹਨੂੰ, ਨਾਲ ਨਾਲ ਸਾਨੂੰ ਵੀ ਸੁਚੇਤ ਕੀਤਾ, ਸਾਵਧਾਨ ਵੀ ਇਹਨਾਂ ਤੋਂ ਬਚਣਾ ਹੈ। ਮਹਾਰਾਜ ਮੇਰ ਕਰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਹੈ, ਵਿਕਾਰ ਬਦ ਫੈਲੀਆਂ, ਆਪ ਵੀ ਦੂਰੀ ਤੇ ਦੂਜੇ ਨੂੰ ਵੀ ਦੂਰ ਲੈ ਜਾਣ ਵਾਲੀਆਂ, ਤੇਰੇ ਜਪ ਤਪ ਨੂੰ ਖੰਡ ਟੁਕੜੇ ਟੁਕੜੇ ਕਰ ਦੇਣਗੀਆਂ, ਤੇਰੇ ਧਰਮ ਧੀਰਜ ਨੂੰ ਟੁਕੜੇ ਟੁਕੜੇ ਕਰ ਦੇਣਗੀਆਂ, ਤੇਰੇ ਵਿਸ਼ਵਾਸ ਦੇ ਟੁਕੜੇ ਟੁਕੜੇ ਹੋ ਜਾਣਗੇ ਅਗਰ ਤੂੰ ਇਹਨਾਂ ਨੂੰ ਨਿਗਲ ਗਿਆ, ਇਹਨਾਂ ਦੇ ਉੱਪਰ ਖੰਡ ਲਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਰਹਿ ਗਏ, ਇੱਕ ਔਰ ਧਾਰਨ ਕਰਦੇ ਕਰਦੇ ਔਰ ਪਰਮਾਤਮਾ ਤੱਕ ਨਾ ਪੁੱਜੇ ਸੰਸਾਰ ਵਿੱਚ ਹੀ ਰਹਿ ਗਏ, ਇਹਨਾਂ ਦੇ ਵਿਕਾਰਾਂ ਵਿੱਚ ਹੀ ਰਹਿ ਗਏ। ਇੱਕ ਰਾਦੀ ਗਏ ਉਜਾੜ, ਇੱਕ ਨੇ ਰਾਦੇ ਕਰਦਿਆਂ ਕੋਈ ਨਹੀਂ ਕੱਲ ਜਪ ਲਵਾਂਗੇ, ਇੱਕ ਨੇ ਇਹਦੇ ਮਗਰ ਤੁਰਦਿਆਂ ਹੋਇਆਂ ਮਹਾਰਾਜ ਕਹਿੰਦੇ ਔਰ ਜੀਵਨ ਨੂੰ ਉਜਾੜ ਬਣਾ ਦਿੱਤਾ, ਸਭ ਕੁਝ ਬਰਬਾਦ ਕਰ ਲਿਆ, ਖਤਮ ਹੋ ਗਿਆ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ, ਹੈ ਜੀਵ ਇਸ ਪਾਸਿਓਂ ਸੰਕੋਚਤਾ ਕਰੀ ਜੇ ਪਰਮਾਤਮਾ ਨੂੰ ਮਿਲਣਾ ਹੀ। ਆ ਬਾਹਰ ਦੇ ਵਿਛੋੜੇ ਨਾ ਵੇਖਦਾ ਰਹੀਂ, ਮੈਂ ਫਲਾਣੇ ਨੂੰ ਵਿਛੜ ਗਿਆ, ਕਿਤੇ ਰੱਬ ਵਾਲਾ ਪਾਸਾ ਤੇਰੇ ਵੱਲੇ ਜਾਗੇ। ਮਹਾਰਾਜ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਨੇ
ਸੰਸਾਰ ਦੇ ਅੰਦਰ ਆਇਆ ਤੇ ਜਿਹੜਾ ਸਮਾਂ ਸੀ ਨਾ, ਇਹ ਸਫਲਾ ਕਰਨਾ ਸੀ ਪਰਮਾਤਮਾ ਨੂੰ ਸਿਮਰ ਕੇ, ਯਾਦ ਕਰਕੇ। ਸੱਚੀ ਸਰਕਾਰ ਕਹਿੰਦੇ ਨੇ, ਚਾਰ ਗਵਾਇਆ ਹੰਡ ਕੈ। ਚਾਰ ਦਾ ਅਰਥ ਹੈ ਚਾਰ ਪਹਿਰ ਦਾ ਦਿਨ। ਹੰਡਨ ਮੈਨਾ ਇਹਨੂੰ ਚੱਲਣਾ ਫਿਰਨਾ, ਤੁਰ ਫਿਰ ਕੇ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਸੀ ਨਾ ਦਿਨ, ਬੰਦਿਆ ਤੂੰ ਸੰਸਾਰ ਦੇ ਅੰਦਰ ਮਨੁੱਖ ਤੁਰ ਫਿਰ ਕੇ ਅਜਾਈ ਬਰਬਾਦ ਕਰ ਲਿਆ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਰੱਬ ਵਾਲੇ ਪਾਸੇ ਨੂੰ ਦਿਨ ਦਾ ਕੋਈ ਛਿਣ ਬਸਰ ਹੀ ਨਾ ਕੀਤਾ। ਉਹ ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਗੁਰੂ ਕੋਲ ਆਉਂਦੇ ਨੇ, ਗੁਰੂ ਕੋਲ ਵਕਤ ਗੁਜ਼ਾਰਦੇ ਨੇ, ਗੁਰੂ ਤੋਂ ਦਿਨ ਦੀ ਸ਼ੁਰੂਆਤ ਕਰਦੇ ਨੇ, ਮੁੱਢ ਗੁਰੂ ਤੋਂ ਦਿਨ ਦਾ ਬੰਨਦੇ ਨੇ, ਤੇ ਗੁਰੂ ਕਿਰਪਾ ਕਰੀ। ਉਹ ਭਾਗਾਂ ਵਾਲੇ ਕੁਝ ਦੇ ਦਿਨ ਦੀ ਸ਼ੁਰੂਆਤ ਨਸ਼ਿਆਂ ਤੋਂ ਹੁੰਦੀ, ਉਹ ਜਿੰਨਾ ਚਿਰ ਖਾ ਨਾ ਲੈਣ ਉਹਨਾਂ ਚਿਰ ਉੱਠਦੇ ਨਹੀਂ। ਫਿਰ ਉਹਨਾਂ ਨੂੰ ਸਰੀਰ ਜਿਹਾ ਬਣਦਾ ਤੇ ਫਿਰ ਉੱਠਦੇ ਨੇ, ਫਿਰ ਉੱਠ ਕੇ ਚਾਹ ਪਾਣੀ ਪੀਂਦੇ, ਨਹਾਉਂਦੇ। ਔਰ ਇੱਕ ਉਹ ਵੀ ਨੇ ਜਿਹੜੇ ਉੱਠਦਿਆਂ ਹੀ ਬੇਕਾਰ ਮਾੜਾ ਬੁਰਿਆਈ ਚਿਤਵਦੇ ਨੇ। ਇੱਕ ਉਹ ਨੇ ਭਲੇ ਜਿਨ੍ਹਾਂ ਨੂੰ ਜਾਗ ਆਉਂਦੀ, ਗੁਰਦੁਆਰਾ ਮੰਦਰ ਮਸਜਿਦ ਨਿਤ ਨੇਮ ਸਿਮਰਨ ਬੰਦਗੀ ਇਬਾਦਤ ਜਿਨ੍ਹਾਂ ਨੂੰ ਚੇਤੇ ਆਉਂਦੀ, ਉਹ ਭਲੇ ਨੇ, ਉਹਨਾਂ ਦੇ ਵੱਡੇ ਕਰਮ ਹੈ। ਮਹਾਰਾਜ ਕਹਿੰਦੇ ਚਾਰ ਗਵਾਇਆ ਹੰਡ ਕੈ। ਜਿਹੜਾ ਚਾਰ ਪਹਿਰ ਦਾ ਦਿਨ ਸੀ ਨਾ, ਉਹ ਹੰਡ ਕੇ ਤੁਰ ਫਿਰ ਕੇ ਗਵਾ ਲਿਆ ਅਜਾਈ। ਮਹਾਰਾਜ ਕਹਿੰਦੇ ਚਾਰ ਗਵਾਇਆ ਸਮ। ਚਾਰ ਪਹਿਰ ਦਾ ਸਮਾਂ ਸੀ ਰਾਤ, ਉਹ ਵੀ ਸਮ ਬਰਾਬਰ। ਔਰ ਸਮ ਸੌਂ ਕੇ ਉਹ ਗਵਾ ਲਏ, ਜਿਹਨੂੰ ਸਾਹਿਬ ਕਹਿੰਦੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਜਦੋਂ ਨਾ ਰਾਤ ਸਿਮਰਿਆ ਨਾ ਦਿਨੇ ਸਿਮਰਿਆ, ਫਿਰ ਪੱਲੇ ਕੀ ਪੈਣਾ ਹੈ। ਔਰ ਹੀਰੇ ਜੈਸਾ ਜਨਮ ਹੈ ਮਨੁੱਖਾ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀਆਂ ਬਦਲੇ ਜਾਂਦਾ ਹੈ। ਔਰ ਬਿਨਾਂ ਇਹਦੀ ਗਿਆਤ ਤੋਂ, ਬਿਨਾਂ ਇਹਦੀ ਸੂਝ ਤੋਂ, ਬਿਨਾਂ ਇਹਦੀ ਸਮਝ ਤੋਂ। ਤਾਂ ਹੀ ਸਾਹਿਬ ਬਾਬਾ ਕਬੀਰ ਸਾਹਿਬ ਨੇ ਕਿਹਾ ਇਸ ਨਾ, ਕਬੀਰ ਔਰ ਮੈਂ ਹੀਰਾ ਹੱਟ ਤੇ ਵੇਖਦਾ ਹੋਇਆ ਦੇਖਿਆ, ਹੀਰਾ ਹੱਟ ਬਕਾਏ ਵਣਜਨ ਹਾਰੇ ਬਾਹਰ ਆ, ਤੇ ਕੌਡੀ ਬਦਲੇ ਜਾਏ। ਕਹਿੰਦੇ ਜਿਹੜਾ ਵਣਜ ਵਪਾਰ ਕਰਦਾ ਸੀ ਨਾ, ਉਹਦਾ ਜਿਹਦੇ ਕੋਲ ਸੀ, ਉਹਦੀ ਸਮਝ ਤੋਂ ਬਾਹਰ ਸੀ, ਪਤਾ ਨਹੀਂ ਸੀ, ਤੇ ਕੌਡੀਆਂ ਦੇ ਬਦਲੇ ਸਿੱਟ ਦਿੱਤੋ ਸ ਹੀਰਾ। ਹੀਰਾ ਕੌਡੀਆਂ ਦੇ ਬਦਲੇ। ਕਹਿੰਦੇ ਜਿਨ੍ਹਾਂ ਨੂੰ ਮਨੁੱਖਾ ਤਨ ਦੀ ਸਮਝ ਨਹੀਂ ਨਾ ਆਈ, ਮਾਲਕ ਨੂੰ ਮਿਲਣ ਵਾਸਤੇ ਮਿਲਿਆ ਹੈ, ਨਾਮ ਜਪਣ ਵਾਸਤੇ ਮਿਲਿਆ ਹੈ, ਉਹਨਾਂ ਵਿਕਾਰ ਬਦ ਫੈਲੀਆਂ ਇਹਨਾਂ ਕੌਡੀਆਂ ਵੱਲੇ ਹੀ ਇਹਨੂੰ ਗਵਾ ਦਿੱਤਾ, ਇਹਦੇ ਤੁੱਲ ਗਵਾ ਦਿੱਤਾ। ਉਹ ਕਹਿੰਦੇ ਆ ਬੜੇ ਜਿਹੜੇ ਆ ਵਿਕਾਰ ਭੋਗ ਲਓ, ਹੋਰ ਖਾ ਪੀ ਲਓ, ਬਸ ਆ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਜਣਾ, ਉਹਨੇ ਰਾਤ ਵੀ ਜਿਹੜੀ ਸੀ ਸੌਂ ਕੇ ਬਤੀਤ ਕਰ ਦਿੱਤੀ, ਜਿਹੜਾ ਜੀਵਨ ਅਜਾਈ ਚਲਾ ਗਿਆ। ਮਹਾਰਾਜ ਕਹਿੰਦੇ ਫਿਰ ਜਦੋਂ ਰਾਤ ਵੀ ਗਈ, ਦਿਨ ਵੀ ਗਿਆ, ਅੱਠੇ ਪਹਿਰ ਲੰਘ ਗਏ, ਫਿਰ ਮਹਾਰਾਜ ਕਹਿੰਦੇ ਸਮਾਂ ਆ ਗਿਆ ਰਾਤ ਬਾ ਦਿਨ ਕਰਦਿਆਂ, ਕਿਉਂਕਿ ਔਦ ਘਟੈ ਦਿਨ ਸੋ ਰਹਿਣਾ ਰੇ। ਰਾਤ ਤੇ ਦਿਨ ਬਾ ਕਰਦਿਆਂ ਹੋਇਆਂ ਉਮਰ ਘਟਦੀ ਤੇ ਮੌਤ ਨੇੜੇ ਆਉਂਦੀ, ਉਹ ਸਮਾਂ ਨੇੜੇ ਆ ਜਾਂਦਾ ਹੈ, ਜਿਹਨੂੰ ਮਹਾਰਾਜ ਕਬੀਰ ਸਾਹਿਬ ਕਹਿੰਦੇ ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕੋ ਹੈ ਕਾਕਾ। ਦੱਸੋ ਕੌਣ ਕਿਹਦਾ, ਕਿਹਦੇ ਨਾਲ ਕੌਣ ਚੱਲਦਾ ਹੈ। ਕਦੇ ਕੋਈ ਤੁਰਿਆ, ਕੋਈ ਨਹੀਂ ਜਾਂਦਾ, ਕਬਰ ਵਿੱਚ ਇਕੱਲੇ ਨੂੰ ਹੀ ਪੈਣਾ ਹੈ। ਔਰ ਚੁਣੀ ਹੋਈ ਚਿਖਾ ਤੇ ਇਕੱਲੇ ਨੂੰ ਹੀ ਜਲਣਾ ਪੈਣਾ ਆ, ਕਿਸੇ ਨੇ ਸਾਥ ਨਹੀਂ ਦੇਣਾ। ਜੇ ਇਕੱਲੇ ਨਹੀਂ ਜਾਣਾ ਹੈ, ਤੈਨੂੰ ਮੱਚਦੀ ਚਿਖਾ ਵਿੱਚੋਂ ਨਹੀਂ ਬਚਾ ਸਕਣਾ, ਤੈਨੂੰ ਕਬਰ ਦੇ ਵਿੱਚੋਂ ਨਹੀਂ ਕਿਸੇ ਉਠਾ ਸਕਣਾ। ਫਿਰ ਤੂੰ ਆਪਣੇ ਲਈ ਕਿਉਂ ਨਹੀਂ ਕੁਝ ਸੋਚਦਾ, ਕੁਝ ਕਰ ਜਿਹਦੇ ਨਾਲ
ਕਬਰ 'ਚ ਪਹੁੰਚਣ ਤੋਂ ਪਹਿਲਾਂ ਤੇਰਾ ਮਨ ਮਾਲਕ ਵਿੱਚ ਚਲਾ ਜਾਏ। ਖਾਕ ਹੋਣ ਤੋਂ ਪਹਿਲਾਂ, ਰਾਖ ਹੋਣ ਤੋਂ ਪਹਿਲਾਂ ਮਨ ਮਾਲਕ ਹੋ ਜਾਵੇ, ਉਹ ਕੁਝ ਕਰ। ਮਹਾਰਾਜ ਸਾਹਿਬ ਕਹਿੰਦੇ ਨੇ ਜਦੋਂ ਉਹ ਦਿਨ ਆ ਗਿਆ, ਉਹ ਸਮਾਂ ਆ ਗਿਆ, ਤਨ ਨੂੰ ਛੱਡ ਕੇ ਟੁਰ ਪਿਆ। ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਅੱਗੇ ਲੇਖਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਰੇ ਕੰਮ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਉਹ ਖਾਤਾ ਕੱਢ ਲੈਂਦਾ, ਜਿਵੇਂ ਦੁਕਾਨ ਤੇ ਜਾਈਏ ਉਹ ਖਾਤਾ ਕੱਢ ਲੈਂਦਾ, ਬਈ ਤੇਰੇ ਖਾਤੇ 'ਚ ਬਾਕੀ ਕਿੰਨਾ ਕੁਝ ਆ, ਕੀ ਤੇਰੇ ਵੱਲੇ ਰਹਿੰਦਾ, ਖਾਤਾ ਨਿਕਲ ਆਉਂਦਾ। ਔਰ ਫਿਰ ਉੱਥੇ ਜਦੋਂ ਲੇਖਾ ਜੋਖਾ ਹੁੰਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੇ। ਉੱਥੇ ਸੱਚ ਹੀ ਦਾ ਨਾ ਬੇੜਾ ਹੋਣਾ ਹੈ, ਝੂਠ ਦਾ ਨਹੀਂ। ਉੱਥੇ ਸੱਚੇ ਹੀ ਸੱਚ ਨਿਬੜੇ। ਚੌਣ ਵੱਖ ਕੱਢੇ ਜੱਜ ਮਾਲਿਆ, ਥਾਉ ਨਾ ਪਾਇਨ ਕੂੜਿਆਰ। ਤੇ ਜਿਹੜੇ ਝੂਠੇ ਹੁੰਦੇ, ਇੱਥੇ ਝੂਠ ਬੋਲਦੇ ਰਹਿੰਦੇ ਮੇਰੀ ਤਰ੍ਹਾਂ, ਮੈਂ ਬੜਾ ਸੱਚਾ ਸੁੱਚਾ ਹਾਂ ਜੀ। ਮਹਾਰਾਜ ਸਾਹਿਬ ਕਹਿੰਦੇ ਆ, ਉਹ ਝੂਠਿਆਂ ਨੂੰ ਜਗ੍ਹਾ ਨਹੀਂ ਮਿਲਦੀ ਜਿੰਨਾ ਇੱਥੇ ਸੱਚ ਕਮਾਇਆ ਨਹੀਂ, ਪਰ ਦੂਜਿਆਂ ਨੂੰ ਕਹਿੰਦੇ ਰਹਿੰਦੇ ਮੈਂ ਸੱਚਾ ਸੁੱਚਾ ਹਾਂ, ਮੈਂ ਆ ਹਾਂ, ਮੈਂ ਉਹ ਹਾਂ। ਮਹਾਰਾਜ ਕਹਿੰਦੇ ਥਾਉ ਨਾ ਪਾਇਨ ਕੂੜਿਆਰ। ਹਾਲਤ ਕੀ ਹੁੰਦੀ, ਉਹਨਾਂ ਦਾ ਮੂੰਹ ਕਾਲਾ, ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ। ਬਚਦੇ ਕੌਣ ਨੇ? ਤੇਰੇ ਨਾਏ ਰੱਤੇ, ਜਿਹੜੇ ਨਾਮ ਵਿੱਚ ਰੱਤੇ ਮੱਤੇ ਗਏ, ਜਿਨ੍ਹਾਂ ਜਪਿਆ ਸਤਨਾਮ ਵੈਗੁਰੂ, ਉਹ ਬਚਦੇ ਤੇਰੇ ਨਾਏ ਰੱਤੇ ਸੇ ਜਿਨ ਗਏ। ਉਹ ਜਿੱਤ ਕੇ ਗਏ ਇੱਥੋਂ ਜੀਵਨ ਨੂੰ, ਵਿਕਾਰਾਂ ਨੂੰ ਪਿੱਛੇ ਹਟਾਤਾ, ਪਛਾੜ ਦਿੱਤਾ, ਪਰਮਾਤਮਾ ਦਾ ਨਾਮ ਰਾਧਿਆ। ਤੇਰੇ ਨਾਏ ਰੱਤੇ ਸੇ ਜਿਨ ਗਏ, ਹਾਰ ਗਏ ਕੌਣ? ਸੇ ਠੱਗਣ ਵਾਲਿਆ ਸੇ, ਉਹ ਜਿਨ੍ਹਾਂ ਨੇ ਠੱਗੀਆਂ ਠੋਰੀਆਂ ਤੇ ਕੰਮ ਚਲਾਇਆ। ਤੇ ਜੇ ਪੁੱਛੀਏ ਨਾ ਕਈ ਵੀਰ ਬਈ ਫਲਾਨਾ ਐ ਕਰਦਾ ਹੈ, ਕਹਿਣਗੇ ਠੱਗਾਂ ਨੇ ਠੱਗੀ ਮਾਰ ਕੇ ਗੁਜ਼ਾਰਾ ਕਰਨਾ, ਤੇ ਫਿਰ ਠੱਗਾਂ ਦੇ ਕਿਹੜੇ ਹਾਲ ਵਗਦੇ। ਬਈ ਕੋਈ ਚੱਜ ਦਾ ਕੰਮ ਕਰ ਲਓ, ਇਹ ਜ਼ਰੂਰੀ ਆ ਬਈ ਇਹ ਹੀ ਕਰਨਾ, ਕਿਸੇ ਦੀ ਲੁੱਟ ਘਸੁੱਟ ਕਰਨੀ। ਮਹਾਰਾਜ ਖੈਰ ਮਿਹਰ ਕਰਦੇ ਨੇ, ਲੇਖਾ ਰੱਬ ਮੰਗੇਸੀਆ। ਉੱਥੇ ਲੇਖਾ ਹੋਣਾ ਹੈ, ਲੇਖਾ ਜੋਖਾ ਹੋਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਤੂੰ ਆਹੋਂ ਕਿਹੜੇ ਕੰਮ, ਤੈਨੂੰ ਰੱਬ ਨੇ ਪੁੱਛਣਾ ਹੈ ਕਿ ਤੈਨੂੰ ਮਾਤ ਲੋਕ ਤੇ ਕਿਹੜੇ ਕੰਮ ਭੇਜਿਆ ਸੀ, ਤੂੰ ਕਾਹਦੇ ਲਈ ਗਿਆ ਸਾਂ ਤੇ ਕਰਕੇ ਕੀ ਆ ਗਿਆ ਹੈ। ਭੇਜਿਆ ਕਾਹਦੇ ਲਈ ਸੀ ਸੰਸਾਰ ਦੇ ਵਿੱਚ। ਹੁਣ ਹੋ ਸਕਦਾ ਅੱਧਿਆਂ ਨੂੰ ਤੁਹਾਨੂੰ ਪਤਾ ਹੋਵੇ ਤੇ ਅੱਧਿਆਂ ਨੂੰ ਨਾ ਪਤਾ ਹੋਵੇ ਕਿ ਅਸੀਂ ਕਾਹਦੇ ਲਈ ਆਏ। ਬੱਚੇ ਪੈਦਾ ਕਰਨ ਲਈ ਆਏ ਆ, ਤੇ ਬੱਚੇ ਪਸ਼ੂਆਂ ਦੇ ਨਹੀਂ ਗੇ, ਪੰਛੀਆਂ ਦੇ ਨਹੀਂ ਗੇ, ਕੁੱਤਿਆਂ ਬਿੱਲਿਆਂ ਸੂਰਾਂ ਦੇ ਨਹੀਂ ਗੇ, ਸਾਡੇ ਨੂੰ ਵੱਧ ਨੇ, ਉਹਨਾਂ ਦੇ ਵੱਧ ਨੇ ਸਾਡੇ ਨਾਲੋਂ। ਤੇ ਜੇ ਘਰ ਬਣਾਉਣ ਆਏ ਆ ਤੇ ਪੰਛੀਆਂ ਨੇ ਵੀ ਘੋਂਸਲੇ ਬਣਾਏ ਹੋਏ ਨੇ, ਪਸ਼ੂ ਵੀ ਰਹਿੰਦੇ ਨੇ, ਫਿਰ ਸਾਨੂੰ ਉਹ ਜੂਨੀ ਮਿਲ ਜਾਣੀ ਚਾਹੀਦੀ ਸੀ। ਜੇ ਖਾਣ ਪੀਣ ਤੇ ਹੀ ਪੇਟ ਭਰਨ ਤੱਕ ਹੀ ਸੀਮਤ ਆ ਤੇ ਪਿਆਰਿਓ, ਫਿਰ ਜਿਹੜਾ ਪਸ਼ੂ ਕੀ ਭੁੱਖੇ ਹੀ ਮਰਦੇ ਨੇ, ਉਹ ਭਾਵੇਂ ਡੰਡੇ ਖਾ ਲੈਣ ਪੇਟ ਤਾਂ ਭਰਦੇ ਹੀ ਨੇ। ਪਰਿੰਦੇ ਭਾਵੇਂ ਸੜਕਾਂ ਤੋਂ ਚੋਗ ਚੁਗਣ, ਪੇਟ ਤਾਂ ਉਹ ਵੀ ਭਰਦੇ ਨੇ। ਕੀੜੇ ਮਕੌੜੇ ਭਾਵੇਂ ਗੰਦਗੀ ਖਾਂਦੇ ਨੇ, ਪੇਟ ਤਾਂ ਉਹ ਵੀ ਭਰਦੇ। ਕੀ ਅਸੀਂ ਇਸੇ ਕੰਮ ਹੀ ਆਏ ਆ? ਇਹੀ ਕੰਮ ਸਾਡਾ ਰਹਿ ਗਿਆ। ਜੇ ਆਖੀ ਅਸੀਂ ਕੱਪੜੇ ਪਹਿਨਦੇ ਆ, ਕੱਪੜੇ ਆਪਣਾ ਨਗਨ ਢੱਕਣ ਨੂੰ ਪਹਿਨਦੇ ਆ, ਪਰਮਾਤਮਾ ਨੇ ਦਿੱਤਾ ਹੈ। ਪਸ਼ੂਆਂ ਦੇ ਪੰਛੀਆਂ ਦੇ ਕੋਲ ਸੋਝੀ ਨਹੀਂ, ਔਰ ਉਹ ਤਾਂ ਨਹੀਂ ਪਹਿਨਦੇ, ਸਾਨੂੰ ਸੂਝ ਏ, ਤੇ ਪਰਮਾਤਮਾ ਨੇ ਕੱਪੜਾ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਚੇਤੇ ਕਰਿਆ ਕਰ, ਜਿਨ ਦਿੱਤਾ ਪਹਿਨਣ ਖਾਣ। ਜਿਹਨੇ ਪਹਿਨਣ ਵਾਸਤੇ ਤੈਨੂੰ ਕੱਪੜਾ ਦਿੱਤਾ, ਕੱਪੜਾ ਦਿੱਤਾ ਹੈ, ਖਾਣ ਵਾਸਤੇ ਔਰ ਭੋਜਨ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਿਮਰ। ਫਿਰ ਆਇਆ ਕਾਹਦੇ ਲਈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬ੍ਰਿਥਾ ਜਨਮ ਪ੍ਰਾਨੀ। ਮਹਾਰਾਜ ਕਹਿੰਦੇ ਨਾਮ ਭੁੱਲ ਗਏ, ਹੋਰ ਲਾਲਚਾਂ ਦੇ ਵਿੱਚ ਲੱਗ ਗਏ, ਜਨਮ ਵਿਅਰਥ ਚਲਾ ਗਿਆ।
ਸੱਚੇ ਪਾਤਸ਼ਾਹ ਕਹਿੰਦੇ ਇਸ ਕੰਮ ਆਇਆ ਸਾਂ ਤੇ ਪਰਮਾਤਮਾ ਨੇ ਤੈਨੂੰ ਪੁੱਛਣਾ ਹੈ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ ਸੰਸਾਰ ਵਿੱਚ ਆਇਆ ਸਾਂ ਤੇ ਕਰਕੇ ਕੀ ਕੀਤਾ ਹੈ, ਇੱਥੋਂ ਤੁਰਿਆ ਕੀ ਲੈ ਕੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਸੰਸਾਰ ਵਿੱਚ ਆਇਆ ਹੈ ਤੇ ਇਹਨਾਂ ਸਮਝੀ ਸ਼ਾਇਦ ਬਾਬੇ ਫਰੀਦ ਨੇ ਉਦੋਂ ਦੀ ਗੱਲ ਕਹੀ ਸੀ, ਅੱਜ ਸਾਨੂੰ ਵੀ ਕਹਿੰਦੇ ਨੇ ਕਿ ਮਨੁੱਖ ਲੇਖਾ ਤੇਰਾ ਵੀ ਹੋਣਾ ਹੀ, ਤੈਨੂੰ ਵੀ ਪੁੱਛਿਆ ਜਾਣਾ ਹੈ ਕਿ ਤੂੰ ਸੰਸਾਰ ਵਿੱਚ ਗਿਆ ਸਾਂ ਤੇ ਕੀ ਕੁਝ ਕਰਦਾ ਰਿਹਾ ਤੇ ਕੀ ਕਰਕੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਪਹਿਲਾਂ ਆਪਣੇ ਜੀਵਨ ਦੇ ਅੰਦਰ ਉਹ ਕੁਝ ਇਕੱਠਾ ਕਰ ਲੈ, ਜਿਹੜੇ ਕੰਮ ਆਇਆ ਹੈ ਨਾ ਉਹ ਕੁਝ ਪੱਲੇ ਬੰਨ ਤੇ ਮਾਲਕ ਨਾਲ ਮਿਲਾਪ ਹੋਵੇ ਗਏ। ਬਾਬਾ ਸਾਹਿਬ ਕਹਿੰਦੇ ਫਰੀਦਾ ਦਰ ਦਰ ਵਾਜੈ ਜਾਏ ਕੈ, ਕਿਉ ਡਿਠੋ ਕੜੀਆਲ ਇਹੁਨੇ ਦੋਸਾ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਬਾਬਾ ਫਰੀਦ ਸਾਹਿਬ ਚੱਲਦੇ ਨਾ ਔਰ ਇੱਕ ਸ਼ਹਿਰ ਦੇ ਵਿੱਚ ਗਏ ਨੇ ਤੇ ਕੀ ਦੇਖਿਆ, ਉੱਥੇ ਕੜਿਆਲ ਟੰਗਿਆ ਹੋਇਆ ਤੇ ਉਹਦੇ ਤੇ ਚੋਟਾਂ ਵੱਜਦੀਆਂ ਬਾਰ-ਬਾਰ ਤੇ ਪਿਆਰਿਓ, ਔਰ ਉਹ ਵੱਜਦੇ ਕੜਿਆਲ ਨੂੰ ਤੱਕਿਆ ਬਈ ਇਹਦੇ ਤੇ ਚੋਟਾਂ ਵਾਰ-ਵਾਰ ਵੱਜਦੀਆਂ, ਇੱਕ ਘੜੀ ਬਤੀਤ ਹੁੰਦੀ ਤਾਂ ਵੀ ਉਹਨੂੰ ਓਨੀ ਵੇਰ ਖੜਕਾਉਂਦੇ, ਜੇ ਪੈਰ ਬਤੀਤ ਹੁੰਦਾ ਤਾਂ ਵੀ ਔਰ ਓਨੀ ਵੇਰ ਵਜਾ ਕੇ ਉਹਨੂੰ ਔਰ ਸਜ਼ਾ ਦਿੰਦੇ ਨੇ। ਬਾਬਾ ਫਰੀਦ ਸਾਹਿਬ ਦੇ ਨਾਂ ਤੇ ਇੱਕ ਸ਼ਹਿਰ ਵਸਿਆ, ਉਹਦਾ ਨਾਮ ਪਹਿਲਾਂ ਮੋਕਲਾ ਸ਼ਹਿਰ ਸੀ, ਮੋਕਲਾ ਸ਼ਹਿਰ ਉਹਦਾ ਨਾਂ ਸੀ। ਤੇ ਜਦੋਂ ਬਾਬਾ ਫਰੀਦ ਸਾਹਿਬ ਨੇ ਚਰਨ ਪਾਤੇ ਨਾ ਤੇ ਉਸ ਸ਼ਹਿਰ ਦਾ ਨਾਮ ਫਰੀਦਕੋਟ ਆ, ਤਾਂ ਉਹਨੂੰ ਉਦੋਂ ਤੋਂ ਫਰੀਦਕੋਟ ਕਹਿਣ ਲੱਗੇ। ਪਹਿਲਾਂ ਉਹਦਾ ਨਾਮ ਮੋਕਲਾ ਸ਼ਹਿਰ ਸੀ, ਵਿਦਵਾਨਾਂ ਨੇ ਲਿਖਿਆ ਕਿ ਉਹਨੂੰ ਮੋਕਲਾ ਸ਼ਹਿਰ ਕਹਿੰਦੇ ਸਨ। ਹੁਣ ਮੋਕਲਾ ਕਰਕੇ ਕੋਈ ਨਹੀਂ ਜਾਣਦਾ, ਉਸ ਮਹਾਂਪੁਰਸ਼ ਦੇ ਨਾਂ ਤੇ ਸ਼ਹਿਰ ਦਾ ਨਾਮ ਹੀ ਤਜਵੀਜ਼ ਹੋ ਗਿਆ, ਬਦਲ ਗਿਆ। ਕਿਤੇ ਮਹਾਂਪੁਰਸ਼ ਦੇ ਬਚਨਾਂ ਨੂੰ ਤੂੰ ਮੰਨ ਲੈ ਨਾ, ਤੇਰਾ ਜੀਵਨ ਬਦਲ ਜਾਏਗਾ। ਮਹਾਰਾਜ ਕਹਿੰਦੇ ਉਹਨਾਂ ਨੂੰ ਤੱਕਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਦਰ ਦਰ ਵਾਜੈ ਜਾਏ ਕੈ, ਦਰ ਦਰ ਤੇ ਵੱਜਦਾ ਹੈ ਔਰ ਦਰ ਦਰ ਤੇ ਖੜਕਦਾ ਹੈ। ਮਹਾਰਾਜ ਸਾਹਿਬ ਕਹਿੰਦੇ ਕਿਉਂ ਡਿਠੋ ਕੜਿਆਲ, ਇਹ ਕੜਿਆਲ ਨੂੰ ਇਸ ਤਰ੍ਹਾਂ ਦੇਖਣਾ ਕੀਤਾ ਕਿ ਕੜਿਆਲ ਨੂੰ ਮਾਰ ਪੈਂਦੀ ਏ, ਥਾਂ ਥਾਂ ਤੇ ਵੱਜਦਾ ਹੈ। ਬਾਬਾ ਸਾਹਿਬ ਕਹਿੰਦੇ ਕਿ ਸਜਣਾ ਇਹ ਉਹਨੇ ਦੋਸਾ ਮਾਰੀਏ, ਕੜਿਆਲ ਦਾ ਦੋਸ਼ ਕੋਈ ਨਹੀਂ, ਇਹਨੂੰ ਮਾਰ ਫੇਰ ਵੀ ਪੈਂਦੀ ਪਈ ਏ। ਕਹਿ ਲੱਗੇ ਹਮ ਦੋਸ਼ਾਂ ਕਾ ਕਿਆ ਹਾਲ, ਇਹ ਨਿਰਦੋਸ਼ਾ ਕੁੱਟਿਆ ਜਾਂਦਾ ਹੈ ਘੜੀ ਘੜੀ, ਪਹਿਰ ਪਹਿਰ, ਦਿਨ ਦਿਨ, ਘੰਟੇ ਘੰਟੇ ਬਾਅਦ। ਔਰ ਮਹਾਰਾਜ ਕਹਿੰਦੇ ਸੱਜਣੋ ਇਹ ਤਾਂ ਬੇਗੁਨਾਹੀ ਨੂੰ ਹੀ ਇੰਨੀਆਂ ਸੱਟਾਂ ਪਈਆਂ ਪੈਂਦੀਆਂ, ਆਪਾਂ ਜਿਹੜੇ ਗੁਨਾਹਗਾਰ ਏ ਆਪਣਾ ਕੀ ਹਾਲ ਹੋਏਗਾ, ਆਪਾਂ ਜਿਹੜੇ ਗੁਸਤਾਖੀਆਂ ਕਰਦੇ ਆਪਣਾ ਕੀ ਹਾਲ ਹੋਏਗਾ। ਇਹ ਕੜਿਆਲ ਨੂੰ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘੜੀਏ ਘੜੀਏ ਮਾਰੀਏ, ਘੜੀ ਘੜੀ ਬਤੀਤ ਹੋਣ ਤੇ ਘੜੀ ਮੁੜੀ ਪਰਤ ਪਰਤ ਕੇ ਮਾਰੀਏ, ਪਹਿਰੀ ਲਏ ਸੁਜਾਏ। ਜਦੋਂ ਚਾਰ ਪਹਿਰ ਦਿਨ ਆ, ਇੱਕ ਪਹਿਰ ਬਤੀਤ ਹੁੰਦਾ ਹੈ, ਉਹਨਾਂ ਦਾ ਕੋਈ ਇਹ ਨਿਯਮ ਬਣਾਇਆ, ਐਨੀ ਵਾਰ ਮਾਰ ਕੇ ਐਨੀ ਵਾਰ ਖੜਕਾ ਦੇਣਾ ਬਈ ਪਤਾ ਲੱਗ ਜਾਏ ਬਈ ਇੱਕ ਪਹਿਰ ਹੋ ਗਿਆ, ਇੱਕ ਘੜੀ ਉੱਪਰ ਪਹਿਰ ਤੋਂ ਬਤੀਤ ਹੋ ਗਈ ਏ, ਅੱਧੇ ਦਿਨ ਤੋਂ ਇੰਨੀਆਂ ਘੜੀਆਂ ਬਤੀਤ ਹੋ ਗਈਆਂ। ਉਸ ਹਿਸਾਬ ਨਾਲ ਉਹਨੂੰ ਖੜਕਾਉਂਦੇ ਸਨ। ਘੰਟੇ ਹੁੰਦੇ ਸਨ ਪਹਿਲਾਂ ਚੌਂਕਾਂ ਦੇ ਵਿੱਚ, ਔਰ ਹੁਣ ਦੀ ਤਰ੍ਹਾਂ ਘੜੀਆਂ ਨਹੀਂ। ਉਹ ਘੰਟਾ ਘਰ ਚੌਂਕ ਤਾਂ ਸਨ, ਉੱਥੇ ਵੱਡੇ ਵੱਡੇ ਘੰਟੇ ਟੰਗੇ ਹੁੰਦੇ ਸੀ, ਉਹਨੂੰ ਵਜਾਉਣ ਵਾਲਾ ਖੜਾ ਹੁੰਦਾ ਸੀ, ਲੋਕਾਂ ਨੂੰ ਟਾਈਮ ਦਾ ਪਤਾ ਲੱਗਦਾ ਰਹੇ। ਹੁਣ ਤਾਂ ਉਹ ਘੰਟਾ ਘਰਾਂ ਦੇ ਵਿੱਚ ਨਾ ਵੱਡੀਆਂ ਵੱਡੀਆਂ ਘੜੀਆਂ ਲਾ ਦਿੱਤੀਆਂ ਨੇ, ਉੱਥੇ ਕਿਤੇ ਘੰਟੇ ਹੁੰਦੇ ਸੀ, ਉਹਨਾਂ ਨੂੰ ਵਜਾਇਆ ਜਾਂਦਾ ਸੀ, ਖੜਕਾਇਆ ਜਾਂਦਾ ਸੀ। ਖੈਰ ਮਹਾਰਾਜ ਮਿਹਰ ਕਰਦੇ, ਉਹਨੂੰ ਪਹਿਰੀ ਲਏ ਸਜਾਏ, ਸੋਹੇੜਾ ਕੜਿਆਲ ਜਿਉ ਦੁਖੀ ਰਹਿਣ ਬਿਹਾਏ। ਕਹਿ ਲੱਗੀ ਉਹ ਕੜਿਆਲ ਨੂੰ ਦੇਖ ਸਾਰੀ ਰਾਤ ਦੁੱਖਾਂ ਨਾਲ ਕੱਟਦਾ, ਸੁੱਖਾਂ ਨਾਲ ਨਹੀਂ ਉਹਨੂੰ ਮਾਰ ਪੈਂਦੀ ਏ। ਕਹਿ ਲੱਗੀ ਸਜਣਾ
ਕਿਤੇ ਐਸਾ ਨਾ ਹੋਵੇ ਉਹ ਬੇਗੁਨਾਹ ਕੁੱਟੀਦਾ ਹੈ, ਰਾਤ ਬਾ ਦਿਨੇ, ਤੇ ਤੈਨੂੰ ਦੋਸ਼ੀ ਨੂੰ ਕੌਣ ਬਚਾਵੇਗਾ, ਤੈਨੂੰ ਗੁਨਾਹਗਾਰ ਨੂੰ ਕੌਣ ਬਚਾਵੇਗਾ ਉਸ ਮਾਰ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਐਸਾ ਹੋਇਆ ਤੇ ਸਾਹਿਬ ਕਹਿੰਦੇ ਬੁੱਢਾ ਹੁਆ ਸ਼ੇਖ ਫਰੀਦ ਕੰਬਣ ਲੱਗੀ ਦੇਹ। ਮਹਾਰਾਜ ਸੱਚੇ ਪਾਤਸ਼ਾਹ ਨੇ ਤੱਕਿਆ, ਕੋਈ ਚੱਲ ਕੇ ਆਇਆ, ਕਹਿੰਦਾ ਫਰੀਦ ਸਾਹਿਬ ਆਪ ਆਤਮਦਰਸ਼ੀ ਹੋ ਤੇ ਮੈਨੂੰ ਆਸ਼ੀਰਵਾਦ ਦਿਓ, ਮੇਰੀ ਆਜੂ ਜਿਹੜੀ ਦੀਰਘ ਹੋ ਜਾਵੇ। ਤੇ ਤਨ ਜਿਹੜਾ ਸੀ ਔਰ ਮੁੜ ਪਿਆ ਸੀ ਜਵਾਨੀ ਤੋਂ ਵਡਾਪੇ ਵੱਲ ਨੂੰ, ਕਹਿੰਦਾ ਦੀਰਘ ਆਰਜੂ ਹੋ ਜਾਏ। ਤੇ ਬਾਬਾ ਫਰੀਦ ਸਾਹਿਬ ਉਹਨੂੰ ਸਮਝਾਉਂਦੇ ਆ, ਕਹਿੰਦੇ ਬੁੱਢਾ ਹੁਆ ਸ਼ੇਖ ਫਰੀਦ ਕੰਬਣ ਲੱਗੀ ਦੇਹ। ਕਹਿੰਦੇ ਸਜਣਾ ਵਡਾਪਾ ਆ ਗਿਆ, ਤੇ ਜਦੋਂ ਵਡਾਪਾ ਆ ਜਾਂਦਾ ਹੈ ਸਰੀਰ ਜਿਹੜਾ ਕੰਬਣ ਲੱਗ ਜਾਂਦਾ, ਥਰ ਥਰਾਉਣ ਲੱਗ ਜਾਂਦਾ, ਕਦਮ ਵੀ ਲੜਖੜਾਉਂਦੇ ਨੇ, ਬੋਲ ਵੀ ਲੜਖੜਾਉਂਦੇ ਨੇ, ਸਿਰ ਵੀ ਹਿੱਲਣ ਲੱਗ ਜਾਂਦਾ ਹੈ, ਹੱਥ ਵੀ ਹਿੱਲਣ ਲੱਗ ਜਾਂਦੇ ਆ, ਦੇਹ ਕਮਜ਼ੋਰ ਹੋ ਜਾਂਦੀ ਆ। ਮਹਾਰਾਜ ਕਹਿੰਦੇ ਜੇ ਕੋਈ ਇਹ ਆਸ਼ੀਰਵਾਦ ਦੇ ਦੇਵੇ ਕਿ ਤੂੰ 100 ਵਰਾ ਜੀਵੇਂ, ਤੇ 100 ਵਰਾ ਜੀ ਕੇ ਫਿਰ ਮੌਤ ਨਹੀਂ ਆਉਣੀ, ਫਿਰ ਵੀ ਤਾਂ ਆਉਣੀ ਏ। ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਫਿਰ ਵੀ ਤਨ ਨੇ ਮਿੱਟੀ ਹੋਣਾ ਏ, ਫਿਰ ਵੀ ਤਨ ਨੇ ਔਰ ਜਿਹੜਾ ਆ ਸਬੁਰ ਦੇ ਖਾਕ ਹੋਣਾ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਖਾਕ ਹੋਣ ਤੋਂ ਪਹਿਲਾਂ ਪਹਿਲਾਂ ਮਾਲਕ ਨੂੰ ਸਿਮਰ ਲੈ, ਨਹੀਂ ਤੇ ਜੇ ਤੂੰ ਸਿਮਰਨ ਥੋੜੀ ਉਮਰ ਚ ਵੀ ਕੀਤਾ ਤਾਂ ਵੀ ਮਾਲਕ ਨੂੰ ਪ੍ਰਵਾਨ ਹੋ ਜਾਵੇਂਗਾ, ਨਹੀਂ ਤੇ ਭਾਵੇਂ 100 ਵਰਾ ਤੈਨੂੰ ਹੋਰ ਮਿਲ ਜਾਵੇ ਤਾਂ ਵੀ ਤੂੰ ਮਾਲਕ ਨੂੰ ਨਹੀਂ ਮਿਲ ਸਕਦਾ। ਮਾਲਕ ਨੂੰ ਮਿਲਣ ਦਾ ਯਤਨ ਕਰ, ਉਹਦੇ ਤੱਕ ਪਹੁੰਚਣ ਦਾ ਯਤਨ ਕਰ, ਇੰਨੇ ਲੰਮੇ ਸਮੇਂ ਦੀ ਉਡੀਕ ਨਾ ਕਰ। ਮਹਾਰਾਜ ਕਹਿੰਦੇ ਫਰੀਦਾ ਬਾਰ ਪਰਾਇਐ ਬੈਸੁਨਾ ਸਾਈਂ ਮੁਝੇ ਨਾ ਦੇ। ਹੇ ਮੇਰੇ ਦਾਤਾਰ, ਜੇ ਪਰਾਏ ਬਾਰ ਤੇ ਜਾ ਕੇ ਦਰ ਦਰ ਤੇ ਭਟਕਣਾ ਹੈ, ਮਾਲਕ ਮੇਰੇ ਤੇ ਕਿਰਪਾ ਕਰ ਔਰ ਮੈਨੂੰ, ਔਰ ਮਾਲਕ ਮੇਰੇ ਤੇ ਕਿਰਪਾ ਕਰ ਕਿ ਮੈਨੂੰ ਔਰ ਇੰਨੀ ਕੁ ਦਾਤ ਬਖਸ਼ ਕਿ ਮੈਂ ਆਪਣਾ ਰੁਜ਼ਗਾਰ ਆਪ ਚਲਾਵਾਂ। ਮਾਲਕ ਕਿਸੇ ਅੱਗੇ ਜੇ ਤੂੰ ਮੈਨੂੰ ਹੱਥ ਅੱਡਣ ਤੇ ਮਜਬੂਰ ਕਰਨਾ ਚਾਹਣਾ ਹੈ ਕਿ ਮੈਂ ਕਿਸੇ ਅੱਗੇ ਹੱਥ ਅੱਡਾਂ, ਮਹਾਰਾਜ ਮੈਨੂੰ ਇਹ ਤਨ ਨਹੀਂ ਚਾਹੀਦਾ, ਫਿਰ ਹੁਣੇ ਤੂੰ ਜਿੰਦ ਕੱਢ ਲਾ। ਇਹ ਨਾ ਹੋ ਜਾਵੇ ਕਿ ਮੈਂ ਬੈਠਾ ਔਰ 2 ਵਕਤ ਦੀ ਰੋਟੀ ਦੇ ਲਈ ਕਿਸੇ ਅੱਗੇ ਲਿਲੜੀਆਂ ਕੱਢਦਾ ਹੋਵਾਂ। ਮੇਰੇ ਤੇ ਕਿਰਪਾ ਕਰ ਸਾਈਂ, ਮੁਝੇ ਨਾ ਦੇ, ਇਹ ਸਮਾਂ ਮੈਨੂੰ ਦੇਖਣ ਨਾ ਦੇਈ, ਇਹ ਸਮਾਂ ਮੇਰੇ ਤੇ ਆਉਣ ਨਾ ਦੇਈ। ਜੇ ਤੂੰ ਏਵੈ ਰੱਖ ਸੀ, ਜੇ ਤੂੰ ਚਾਹਣਾ ਹੈ ਕਿ ਮੇਰੇ ਤੇ ਇਹ ਸਮਾਂ ਆਉਣਾ ਹੈ, ਮੈਂ ਦਰ ਦਰ ਤੇ ਭਟਕਣਾ ਹੈ, ਠੋਕਰਾਂ ਖਾਣੀਆਂ ਨੇ, ਫਿਰ ਮੇਰੇ ਦਾਤਿਆ ਮੇਰੀ ਬੇਨਤੀ ਆ ਕਿ ਜੀਓ ਸਰੀਰੋਂ ਲੈ, ਫਿਰ ਇਸ ਸਰੀਰ ਵਿੱਚੋਂ ਜਿੰਦ ਕੱਢ ਲੈ। ਮੈਨੂੰ ਕੋਈ ਲੋੜ ਨਹੀਂ ਕਿ ਤੇਰੇ ਦਰ ਤੇ ਆ ਜਾਵਾਂ ਤੇ ਮੈਨੂੰ ਦਰ ਹੋਰ ਤੇ ਜਾਣਾ ਪਏ। ਮਹਾਰਾਜ ਕਿਰਪਾ ਕਰੀ, ਮੈਂ ਤੇਰੇ ਦਰ ਤੇ ਢਹਿ ਪਿਆ ਹਾਂ। ਮਹਾਰਾਜ ਕਿਰਪਾ ਕਰੀ ਔਰ ਮੈਂ ਦਰ ਦਰ ਤੇ ਨਾ ਭਟਕਾਂ। ਮੈਂ ਤੇਰੇ ਦਰ ਤੇ ਇੱਕ ਪਰਮਾਤਮਾ ਅੱਲਾ ਖੁਦਾ ਪਾਕ ਢਹਿ ਪਿਆ ਹਾਂ, ਤੇ ਮੈਂ ਦੂਜੇ ਦਰਾਂ ਤੇ ਨਾ ਭਟਕਦਾ ਫਿਰਾਂ, ਕਦੇ ਉਸ ਦਰ ਤੇ, ਕਦੇ ਉਸ ਦਰ ਤੇ, ਕਦੇ ਉਸ ਦਰ ਤੇ। ਮਹਾਰਾਜ ਕੇਵਲ ਲਾਹਨਤਾਂ ਜੋਗਾ ਰਹਿ ਜਾਂਦਾ ਈ, ਦਰ ਦਰ ਤੇ ਭਟਕਣ ਵਾਲਾ। ਇੱਕ ਵਿਦਵਾਨ ਸੱਜਣ ਨੇ ਲਿਖਿਆ, ਉਹ ਕਹਿ ਲੱਗਾ ਔਰ ਦਰ ਦਰ ਕੁੱਤਾ ਦਰ ਦਰ ਫਿਰੇ ਔਰ ਦਰ ਦਰ ਦੁਰ ਦੁਰ ਹੋਏ। ਕਹਿੰਦੇ ਇੱਕ ਕੁੱਤਾ ਹੈ ਨਾ, ਉਹ ਜੇ ਦਰ ਦਰ ਤੇ ਹਰ ਐਸ ਘਰੋਂ ਨਿਕਲਿਆ ਦੂਜੇ ਘਰ, ਦੂਜੇ ਘਰੋਂ ਨਿਕਲਿਆ ਤੀਜੇ ਘਰ, ਤੀਜਿਓਂ ਨਿਕਲਿਆ ਚੌਥੇ ਘਰ, ਉਹਦਾ ਮਾਲਕ ਕੋਈ ਵੀ ਨਹੀਂ ਬਣਦਾ। ਮਨ ਆਇਆ ਤੇ ਕਿਤੇ ਬੁਰਕੀ ਮਿਲ ਗਈ, ਪਤਾ ਨਹੀਂ ਅਗਲਾ ਇੱਟਾ ਸਿਰ 'ਚ ਮਾਰੇ ਕਿ ਡੰਡਾ ਮਾਰੇ, ਨਹੀਂ ਤੇ ਗਾਲਾਂ ਤਾਂ ਕੱਢਦਾ ਹੀ ਕੱਢਦਾ ਹੈ ਨਾ, ਪਤਾ ਨਹੀਂ ਕਿਧਰੋਂ ਕਤੀੜ ਆ ਗਈ ਫਿਰਦੀ ਤੁਰਦੀ। ਮਹਾਰਾਜ ਕਹਿੰਦੇ ਦਾਤਾ
ਕਿਰਪਾ ਕਰੀ, ਦਰ ਦਰ ਤੇ ਨਾ ਭਟਕਣ ਲਾਈ। ਤੇ ਉਹ ਵਿਦਵਾਨ ਕਹਿੰਦਾ ਜੇ ਇਹ ਕੁੱਤਾ ਇੱਕ ਦਰ ਦਾ ਹੋਏ ਰਹੇ, ਦੁਰ ਦੁਰ ਕਦੇ ਨਾ ਹੋਏ, ਇਹਨੂੰ ਦੁਰਕਾਰਾਂ ਕਦੇ ਨਾ ਪੈਣ। ਜੇ ਇੱਕ ਤੇ ਟਿਕ ਜਾਏ, ਇੱਕ ਇਹਦਾ ਮਾਲਕ ਹੋਏਗਾ, ਇੱਕ ਇਹਦੀ ਦੇਖ ਰੇਖ ਕਰੇਗਾ ਔਰ ਇਹਦੀ ਸਾਂਭ ਸੰਭਾਲ ਕਰੇਗਾ। ਸੱਜਣੋ, ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ, ਦਾਤਾ ਮੈਂ ਦਰ ਦਰ ਤੇ ਨਹੀਂ ਭਟਕਣਾ ਚਾਹੁੰਦਾ, ਤੂੰ ਮੇਰਾ ਮਾਲਕ ਆ। ਦਰ ਦਰ ਤੇ ਭਟਕਣ ਵਾਲੇ ਦਾ ਕੋਈ ਮਾਲਕ ਨਹੀਂ ਜੇ। ਹਰ ਇੱਕ ਨੂੰ, ਕਈਆਂ ਦਾ ਸੁਭਾਅ ਹੈ, ਇੱਥੇ ਗਏ ਇਹਨੂੰ ਵੀ ਕਹਿਤਾ ਆ ਮੇਰੇ ਮਹਾਰਾਜ ਨੇ, ਮਹਾਰਾਜ ਤੁਹਾਡੇ ਬਗੈਰ ਮੇਰਾ ਕੌਣ ਹੈ। ਝਟਕ ਵੇਖਿਆ ਤੇ ਦੂਜੀ ਥਾਂ ਤੇ ਤੁਰਿਆ ਫਿਰਦਾ ਸੀ, ਮਹਾਰਾਜ ਤੂੰ ਮੇਰਾ। ਤੂੰ ਪਿਛਲਾ ਕਹਿੰਦਾ ਵੀ ਮੇਰਾ ਕੀ ਰਹਿ ਗਿਆ, ਉਹ ਕਹਿੰਦਾ ਵੀ ਮੇਰਾ ਕੀ ਰਹਿ ਗਿਆ। ਬਾਂਹ ਕੋਈ ਨਹੀਂ ਜੇ ਫੜਦਾ, ਇੱਕ ਦਰ ਦੇ ਹੋ ਜਾਓ, ਇੱਕ ਤੁਹਾਡਾ ਮਾਲਕ ਹੋਵੇ, ਫਿਰ ਉਹ ਤੁਹਾਡਾ ਰੋਟੀ ਦਾ ਵੀ ਖਿਆਲ ਰੱਖੇਗਾ, ਤੁਹਾਡੇ ਤਨ ਦਾ ਵੀ ਖਿਆਲ ਰੱਖੇਗਾ, ਤੁਹਾਡੇ ਦੁੱਖ ਸੁੱਖ ਦਾ ਵੀ ਖਿਆਲ ਰੱਖੇਗਾ। ਉਹਨੂੰ ਤੱਕ ਕੇ ਬਾਬਾ ਫਰੀਦ ਸਾਹਿਬ ਕਹਿੰਦੇ ਆ, ਮਹਾਰਾਜ ਬਾਹਰ ਪਰਾਏ ਬੈਸਣਾ, ਤੈਨੂੰ ਛੱਡ ਕੇ ਪਰਾਏ ਦੇ ਦਰ ਤੇ ਜਾਣਾ, ਕਿਸੇ ਹੋਰ ਦੇ ਸਾਈਂ ਮੁਝੇ ਨਾ ਦੇ। ਇਹ ਚੀਜ਼ ਨਹੀਂ ਮੈਨੂੰ ਚਾਹੀਦੀ ਕਿ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਅੱਗੇ ਜਾ ਕੇ ਉਹੀ ਅਰਦਾਸਾਂ ਕਰਦਾ ਹੋਵਾਂ, ਕਿਸੇ ਹੋਰ ਦੇ ਅੱਗੇ ਜਾ ਕੇ ਲੀਲੜੀਆਂ ਕੱਢਦਾ ਹੋਵਾਂ। ਕਿਰਪਾ ਕਰ ਮੁਝੇ ਨਾ ਦੇ। ਜੇ ਕਿਤੇ ਮੇਰਾ ਜਾਣਾ ਲਿਖਿਆ ਨਾ ਮਹਾਰਾਜ, ਉਦੋਂ ਪਹਿਲਾਂ ਮੇਰੀ ਜਿੰਦ ਕੱਢ ਲੈ, ਮੈਂ ਕਿਸੇ ਹੋਰ ਦੇ ਦਰ ਤੇ ਜਾਵਾਂ ਔਰ ਉੱਥੇ ਜਾ ਕੇ ਅਰਦਾਸਾਂ ਕਰਾਂ, ਝੁਕਾਂ, ਮਹਾਰਾਜ ਮੇਰੀ ਜਿੰਦ ਕੱਢ ਲੈ, ਜੀਓ ਸਰੀਰੋਂ ਲੈ, ਇਸ ਤਨ ਦੇ ਵਿੱਚੋਂ ਮੇਰੀ ਜਿੰਦ ਨੂੰ ਕੱਢ ਲੈ, ਜਿਹੜਾ ਮੈਂ ਪਰਤ ਕੇ ਔਰ ਜਾ ਨਾ ਸਕਾਂ, ਕੇਵਲ ਤੇਰੇ ਜੋਗਾ ਹੋ ਕੇ ਰਹਿ ਜਾਵਾਂ। ਬਾਬਾ ਫਰੀਦ ਸਾਹਿਬ ਕਹਿੰਦੇ, ਕੰਧ ਕੁਹਾੜਾ ਸਿਰ ਘੜਾ, ਵਨ ਕੈ ਸਰ ਲੋਹਾਰ। ਔਰ ਬਾਬਾ ਫਰੀਦ ਸਾਹਿਬ ਕਹਿੰਦੇ, ਜੰਗਲ ਦੇ ਅੰਦਰ ਬੈਠੇ ਤੇ ਕੋਈ ਸੱਜਣ ਆਇਆ। ਬਾਬਾ ਫਰੀਦ ਸਾਹਿਬ ਇਕਾਂਤ ਵਾਸਤੇ ਜੰਗਲ ਵਿੱਚ ਚਲੇ ਜਾਂਦੇ ਨੇ, ਜਾ ਕੇ ਬੈਠਦੇ, ਬੰਦਗੀ ਕਰਦੇ ਨੇ। ਦਰਖਤ ਦੇ ਥੱਲੇ ਲੋਹਾਰ ਆਇਆ, ਉਹਦੇ ਹੱਥ ਵਿੱਚ ਘੜਾ, ਵਾਹਿਗੁਰੂ, ਉਹਨੇ ਮੋਢੇ ਤੇ ਕੁਹਾੜਾ ਰੱਖਿਆ। ਕੁਹਾੜੇ ਦਾ ਮਤਲਬ ਸਮਝਦੇ ਹੋ ਨਾ, ਲੱਕੜਾਂ ਕੱਟਣ ਵਾਲਾ। ਔਰ ਪਿਆਰਿਓ, ਸਿਰ ਤੇ ਪਾਣੀ ਵਾਲਾ ਕੂਨਾ ਚੱਕਿਆ ਹੋਇਆ, ਬਈ ਜੰਗਲ 'ਚ ਪਾਣੀ ਕਿਤੇ ਨਹੀਂ ਮਿਲਣਾ, ਲੱਕੜਾਂ ਕੱਟਾਂਗਾ ਸਾਰੀ ਦਿਹਾੜੀ। ਉਹ ਚਲਾ ਗਿਆ। ਕੁਝ ਵਿਦਵਾਨਾਂ ਨੇ ਇਹ ਲਿਖਿਆ ਹੈ ਬਈ ਉਹ ਤੜਕੇ ਹਨੇਰੇ ਆਇਆ, ਦਰਖਤ ਥੱਲੇ ਬਾਬਾ ਫਰੀਦ ਸਾਹਿਬ ਬੈਠੇ ਸਨ, ਉਹਨੇ ਟੱਕ ਮਾਰਿਆ, ਪੁੱਠਾ ਕੁਹਾੜਾ ਮਾਰ ਕੇ ਸੁੱਕੀ ਲੱਕੜ ਦੇਖਣ ਲੱਗਾ, ਬਾਬਾ ਸਾਹਿਬ ਦੇ ਵੱਜ ਗਿਆ ਤੇ ਬਾਬਾ ਸਾਹਿਬ ਨੇ ਉਹਨੂੰ ਸੰਬੋਧਨ ਕੀਤਾ। ਕੁਝ ਦਾ ਇਹ ਵੀ ਵਿਚਾਰ ਹੈ ਕਿ ਬਾਬਾ ਸਾਹਿਬ ਨੇ ਤੱਕਿਆ ਉਹਨੂੰ ਕਿ ਮੈਂ ਇਹਨਾਂ ਦਰਖਤਾਂ ਦੇ ਥੱਲੇ ਆ ਕੇ ਰੱਬ ਨੂੰ ਚੇਤੇ ਕਰਦਾ ਹੈ ਤੇ ਉੱਪਰ ਫਰਿਆਦ ਕਰਦਾ ਹੈ ਕਿ ਦਾਤਾ ਤੂੰ ਕਿਰਪਾ ਕਰ। ਇਹ ਤੜਕੇ ਆਉਂਦਾ ਹੈ, ਮੈਂ ਤੜਕੇ ਆਉਣਾ ਆਬਾਦਤ ਕਰਨ ਲਈ, ਇਹ ਤੜਕੇ ਆਉਂਦਾ ਇਹਨਾਂ ਦਰਖਤਾਂ ਨੂੰ ਕੱਟਣ ਦੇ ਲਈ। ਕਹਿੰਦੇ ਮੋਢੇ ਤੇ ਉਹਦੇ ਔਰ ਜਿਹੜਾ ਹੈ ਕੁਹਾੜਾ ਰੱਖਿਆ ਤੇ ਸਿਰ ਤੇ ਘੜਾ ਚੁੱਕਿਆ। ਕਹਿੰਦੇ ਫਰੀਦਾ ਹੌਂ ਲੋੜੀ ਸੌ ਆਪਣਾ। ਹੁਣ ਦੋਵੇਂ ਜਾਣੇ ਜੰਗਲ ਦੇ ਵਿੱਚ ਨੇ, ਬਾਬਾ ਫਰੀਦ ਸਾਹਿਬ ਵੀ, ਉਹ ਜੰਗਲ ਕੱਟਣ ਵਾਲਾ ਵੀ। ਕਹਿੰਦੇ ਦੋਵੇਂ ਹੀ ਜੰਗਲ ਦੇ ਵਿੱਚ ਔਰ ਸੰਸਾਰ ਵਿੱਚ ਦੋਨੇ ਹੀ ਨੇ। ਗੁਰਮੁਖ ਵੀ ਸੰਸਾਰ ਵਿੱਚ, ਮਨਮੁਖ ਵੀ ਸੰਸਾਰ ਵਿੱਚ, ਸੰਤ ਵੀ ਸੰਸਾਰ ਵਿੱਚ, ਸਾਖਤ ਵੀ ਸੰਸਾਰ ਵਿੱਚ, ਦੋਨੇ ਹੀ ਸੰਸਾਰ ਵਿੱਚ ਨੇ। ਔਰ ਕਹਿੰਦੇ ਦੋਵੇਂ ਉਹਦੇ ਵਿੱਚ ਨੇ, ਪਰ ਦੋਨਾਂ ਦੇ ਵਿਚਾਰ ਵੱਖਰੇ ਨੇ, ਦੋਨਾਂ ਦੀ ਚਾਹਨਾ ਇੱਛਾ ਵੱਖਰੀ ਏ। ਬਾਬਾ ਫਰੀਦ ਸਾਹਿਬ ਕਹਿੰਦੇ ਹਾਂ ਲੋੜੀ ਸੋ ਆਪਣਾ, ਬੰਦਗੀ ਵਾਲਾ, ਇਬਾਦਤ ਵਾਲਾ ਗੁਰਮੁਖ ਜਨ ਰੱਬ ਨੂੰ ਲੋੜਦਾ, ਪਰਮਾਤਮਾ ਤੂੰ ਮਿਲੇ, ਤੇਰੀ ਕਿਰਪਾ ਹੋਵੇ। ਤੇ ਜਿਹੜਾ ਉਹ ਵੱਢਣ ਵਾਲਾ ਆਇਆ, ਕਹਿਣ ਲੱਗੇ ਉਹ ਕੀ ਕਰਦਾ ਹੈ, ਹਾਂ ਲੋੜੀ ਸੌ ਆਪਣਾ। ਉਹਨੂੰ ਕਹਿੰਦੇ ਤੂੰ ਲੋੜੇ ਅੰਗਿਆਰ, ਤੂੰ ਵੇਖਦਾ ਦਰਖਤ ਦੇ ਚੰਗੇ ਕੋਲੇ ਬਣਨਗੇ,
ਇਹਦੇ ਕੋਲੇ ਵਧੀਆ ਬਣਨਗੇ, ਇਹਨੂੰ ਕੱਟ ਕੇ ਦੇ ਕੋਲੇ ਬਣਾਵਾਂਗਾ, ਪਹਿਲਾਂ ਇੱਥੇ ਸਾੜ ਕੇ ਫਿਰ ਲਿਜਾ ਕੇ ਸ਼ਹਿਰ ਵੇਚਾਂਗਾ, ਫਿਰ 4 ਦਮੜੇ ਮਿਲਣਗੇ। ਤੂੰ ਇਹਦੇ ਕੋਲੇ ਲੋਚਦਾ ਪਿਆ ਕਰਨ ਨੂੰ, ਮੈਂ ਇਹਦੇ ਥੱਲੇ ਇਬਾਦਤ ਲੋੜਦਾ ਪਿਆ ਪਰਮਾਤਮਾ ਨੂੰ ਪਾਉਣ ਦੇ। ਦੋਨਾਂ ਦੇ ਵਿਚਾਰ ਵੱਖਰੇ। ਕਈ ਵਾਰ ਦੋ ਭਰਾ ਵੀ ਇੱਕੇ ਘਰ ਵਿੱਚ ਹੁੰਦੇ ਨੇ, ਦੋਨਾਂ ਦੇ ਵਿਚਾਰ ਵੱਖਰੇ, ਔਰ ਪਰਿਵਾਰ ਦੇ ਵਿੱਚ ਇੱਕ ਦੇ ਵਿਚਾਰ ਰੱਬ ਵਾਲੇ, ਇੱਕ ਦੇ ਦੂਜੇ ਜੱਗ ਵਾਲੇ ਹੁੰਦੇ ਨੇ। ਤਾਂ ਹੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਦੋਨਾਂ ਦੇ ਮਾਰਗ ਵੱਖਰੇ ਹੋ ਜਾਂਦੇ। ਮਹਾਰਾਜ ਸਾਹਿਬ ਕਹਿੰਦੇ, ਭਲਿਆ ਸੰਸਾਰ ਦੇ ਅੰਦਰ ਆਇਆ ਹੈ, ਪਰਮਾਤਮਾ ਨੂੰ ਜਪ, ਉਹਨੂੰ ਆਰਾਧਨਾ ਕਰ, ਫਿਰ ਤੇਰੇ ਤੇ ਕਿਰਪਾ ਹੋਵੇਗੀ। ਜਿੰਨਾ ਚਿਰ ਜਪਦਾ ਨਹੀਂ ਉਹਨਾਂ ਚਿਰ ਤੇਰੇ ਪੱਲੇ ਕੁਝ ਨਹੀਂ ਪੈਣਾ। ਸੱਚੀ ਸਰਕਾਰ ਕਹਿੰਦੇ ਨੇ, ਨਿਰੰਕਾਰ ਵੱਲ ਨੂੰ ਤੁਰ, ਫੇਰ ਜਾ ਕੇ ਤੇਰਾ ਜੀਵਨ ਬਦਲਣਾ ਹੀ। ਜਿੰਨਾ ਚਿਰ ਔਰ ਪਾਪਾਂ ਨੂੰ, ਕੁਕਰਮਾਂ ਨੂੰ, ਵਿਕਾਰਾਂ ਨੂੰ, ਦੁਰਾਚਾਰਾਂ ਨੂੰ, ਮਾੜੇਪਨ ਨੂੰ ਅੰਦਰੋਂ ਸਾਫ ਸੁਥਰਾ ਨਹੀਂ ਕਰਦਾ, ਉਹਨਾਂ ਚਿਰ ਨਿਰੰਕਾਰ ਨਾਲ ਨਹੀਂ ਜੁੜਿਆ ਜਾਣਾ। ਆਪਣੇ ਖਿਆਲਾਤ ਬਦਲ, ਪ੍ਰਭੂ ਵਾਲੇ ਬਣਾ, ਪ੍ਰਭੂ ਵੱਲ ਨੂੰ ਕਦਮ ਵਧਾ, ਪ੍ਰਭੂ ਨੂੰ ਚੇਤੇ ਕਰ। ਪ੍ਰਭੂ ਤੇਰੇ ਤੇ ਕਿਰਪਾ ਕਰਨਗੇ, ਤੈਨੂੰ ਮਿਲਾ ਲੈਣਗੇ, ਫਿਰ ਤੇਰਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ, ਸਾਹਿਬ ਦੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਹਿਰਦਿਆਂ ਅੰਦਰ ਵਸਾਇਆ ਜੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।